ਸਤਿ ਸ੍ਰੀ ਅਕਾਲ। ਮੈਂ ਸੋਮ ਸਹੋਤਾ ਤੇ ਤੁਸੀਂ ਵੇਖ ਰਹੇ ਹੋ ਏਵਨ ਪੰਜਾਬੀ ਟੀਵੀ। ਖਬਰ ਲੈਂਦੇ ਆ ਪਟਿਆਲੇ ਤੋਂ। ਪਟਿਆਲੇ ਦੇ ਵਿੱਚ 25 ਫਰਵਰੀ ਤੋਂ ਲੈ ਕੇ 5 ਮਾਰਚ ਤੱਕ ਰੰਗਲਾ ਕਰਾਫਟ ਮੇਲਾ ਸ਼ੀਸ਼ ਮਹਿਲ ਵਿਖੇ ਲਗਾਇਆ ਜਾ ਰਿਹਾ ਹੈ। ਔਰ ਦੱਸ ਦਈਏ ਕਿ ਪਟਿਆਲੇ ਦੇ ਡੀਸੀ ਮੈਡਮ ਸਾਕਸ਼ੀ ਸਾਨੀ ਜੀ ਅੱਜ ਆਪਣੇ ਆਲਾ ਆਫੀਸਰਾਂ ਦੇ ਨਾਲ ਬਕਾਇਦਾ ਤੌਰ ਤੇ ਸ਼ੀਸ਼ ਮਹਿਲ ਗਏ ਔਰ ਉਹਨਾਂ ਨੇ ਮੇਲੇ ਦੀਆਂ ਤਿਆਰੀਆਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਜਾਇਜ਼ਾ ਲਿੱਤਾ ਗਿਆ ਔਰ ਬਕਾਇਦਾ ਤੌਰ ਤੇ ਉਹਨਾਂ ਨੇ ਪ੍ਰੈਸ ਦੇ ਨਾਲ ਗੱਲਬਾਤ ਵੀ ਕੀਤੀ ਹੈ ਔਰ ਟਾਈਮਿੰਗ ਦਾ ਵੀ ਜ਼ਿਕਰ ਕੀਤਾ ਹੈ ਕਿ ਸਵੇਰੇ 10 ਵਜੇ ਮੇਲੇ ਦੀ ਸ਼ੁਰੂਆਤ ਹੋਇਆ ਕਰੇਗੀ ਔਰ ਰਾਤ ਨੂੰ 8 ਵਜੇ ਇਸ ਦੀ ਸਮਾਪਤੀ ਹੋਇਆ ਕਰੇਗੀ। ਪੂਰੀ ਜਾਣਕਾਰੀ ਲਈ ਆਪਾਂ ਵੇਖਦੇ ਹਾਂ ਇਹ ਪੂਰੀ ਖਬਰ ਔਰ ਇਸ ਖਬਰ ਨੂੰ ਕਵਰ ਕੀਤਾ ਏਵਨ ਪੰਜਾਬੀ ਚੈਨਲ ਦੇ ਪਟਿਆਲੇ ਤੋਂ ਪੱਤਰਕਾਰ ਬਲਜੀਤ ਸਰਨਾ ਨੇ। ਆਓ ਉਹਨਾਂ ਦੀ ਕਵਰ ਕੀਤੀ ਰਿਪੋर्ट ते मारते हैं एक नज़र। So that is that है and when हम walk out करते it will be totally clear. नहीं होनी चाहिए if you are allowing people to enter from here। अगर तो आप बोल रहे हो कि आएंगे वहाँ से एग्जिट रखा है एंट्री मतलब आउटसाइड से रखी है फ्रॉम द मेन गेट then police will need to know यहाँ yes they know it because you can't how will they check the building ticket ma'am ticket तो उधरों ही है from the main side but it has to be enforced yes ma'am police has to पूरा नक्शा लगाया नहीं कल भी done the mission नहीं this is not right person is parking yes going out हाँ जी मैम हाँ जी एक थोड़ी प्रैम में रख देना वो तो अच्छी है अभी आपका ओवर था तो पहली बारी असी लोगों तक लैके गए एरो मॉडलिंग शो ਜਿਹੜਾ ਫਰਵਰੀ ਦੇ ਮਹੀਨੇ ਵਿੱਚ ਸਾਡਾ ਸ਼ੁਰੂ ਹੋਇਆ ਸੀਗਾ। एरो मॉडलिंग शो ਦੇ ਵਿੱਚ ਵੀ ਅਸੀਂ ਫॉर द फर्स्ट टाइम ਬੱਚਿਆਂ ਨੂੰ ਖਾਸ ਕਰ ਜਿਹੜੇ ਸਲਮ ਏਰੀਆਜ਼ ਦੇ ਵਿੱਚ ਹੈਗੇ ਆ ਉਹਨਾਂ ਨੂੰ ਐਕਸਪੋਜ਼ਰ ਦੇਣ ਲਈ ਅਸੀਂ ਸਪੈਸ਼ਲੀ ਇਨਵਾਈਟ ਕੀਤਾ ਸੀਗਾ ਉਹਨਾਂ ਬੱਚਿਆਂ ਨੂੰ एरो मॉडलिंग शो ਦੇ ਵਿੱਚ ਤੇ ਉਸ ਦੇ ਵਿੱਚ ਵੀ ਬਹੁਤ ਹੀ ਵਧੀਆ ਰਿਸਪੌਂਸ ਰਿਹਾ। ਇਟ ਵਾਸ ਅ ਮੈਸੇਜ ਕਿ ਅਸੀਂ ਡਰੱਗਸ ਨੂੰ ਨੋ ਕਹੀਏ ਤੇ ਅਸੀਂ ਇਹੋ ਜਿਹੇ ਜਿਹੜੇ ਐਡਵੈਂਚਰ ਦੇ ਵਿੱਚ ਐਡਵੈਂਚਰ ਸਪੋਰਟਸ ਦੇ ਵਿੱਚ ਅਸੀਂ ਕਦਮ ਰੱਖੀਏ ਤੇ ਜਿਹੜੀ एरो मॉडलिंग ਹੈ ਕਾਫੀ ਬੱਚੇ ਇਹ ਵੀ ਕਹਿ ਕੇ ਗਏ ਕਿ ਅਸੀਂ ਵੀ ਪਾਇਲਟਸ ਵਗੈਰਾ ਬਣਨਾ ਚਾਹੁੰਦੇ ਹਾਂ। ਸੋ ਇਹਦਾ ਵੀ ਬਹੁਤ ਹੀ ਵਧੀਆ ਰਿਸਪੌਂਸ ਰਿਹਾ। ਇਸ ਤੋਂ ਬਾਅਦ ਅਸੀਂ ਇੱਕ ਪਟਿਆਲਾ ਦੇ ਵਿੱਚ ਹੀ ਥੀਏਟਰ ਫੈਸਟੀਵਲ ਕਰਾਇਆ ਜਿਹੜਾ ਸਾਡਾ ਹਰਪਾਲ ਟਿਵਾਣਾ ਆਡੀਟੋਰੀਅਮ ਹੈ। ਅਸੀਂ ਮਿਸਟਰ ਹਰਪਾਲ ਟਿਵਾਣਾ ਸਾਰੇ ਹੀ ਜਾਣਦੇ ਹੀ हैं ਉਹ ਵੀ ਪਟਿਆਲਾ ਦੀ ਹੈਰੀਟੇਜ ਦੇ ਨਾਲ ਜੁੜੇ ਹੋਏ हैं ਤੇ ਅਸੀਂ ਹਰਪਾਲ ਟਿਵਾਣਾ ਆਡੀਟੋਰੀਅਮ ਦੇ ਵਿੱਚ 3 ਦਿਨ ਦਾ ਹੈਰੀਟੇਜ ਫੈਸਟੀਵਲ ਕਰਾਇਆ ਸੀਗਾ ਜਿਹਦੇ ਵਿੱਚ ਮੈਡਮ ਨਿਰਮਲ ਰਿਸ਼ੀ ਉਹਨਾਂ ਨੇ ਅੰਮੀ ਪਲੇ ਪਰਫਾਰਮ ਕੀਤਾ ਸੀਗਾ। ਉਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਦੇ ਬਹੁਤ ਹੀ ਵਧੀਆ ਕਲਾਕਾਰੀ ਦੇ ਵਿੱਚ ਉਹਨਾਂ ਨੇ ਦਿਖਾਇਆ ਸੀਗਾ। ਵਾਰਿਸ ਸ਼ਾਹ ਦੀ ਪੂਰੀ ਜ਼ਿੰਦਗੀ ਉਹਨਾਂ ਨੇ ਦਿਖਾਈ ਸੀਗੀ ਥਰੂ ਅ ਪਲੇ ਐਂਡ ਉਸ ਤੋਂ ਬਾਅਦ ਫॉर द फर्स्ट टाइम ਅਸੀਂ ਸਟੈਂਡ ਅਪ ਕਮੇਡੀਅਨ ਜਸਪ੍ਰੀਤ ਸਿੰਘ ਜੀ ਨੂੰ ਬੁਲਾਇਆ ਸੀਗਾ ਤਾਂ ਇਟ ਅਗੇਨ ਰਿਸੀਵਡ ਗ੍ਰੇਟ ਰਿਸਪੌਂਸ। ਤੇ ਹੁਣ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਕਿ ਪਹਿਲੀ ਵਾਰੀ ਅਸੀਂ ਪੂਰੇ ਪੰਜਾਬ 'ਚ ਆਈ ਥਿੰਕ ਪੂਰੀ ਕੰਟਰੀ ਦੇ ਵਿੱਚ ਇੱਦਾਂ ਦਾ ਹੋਇਆ ਹੈ ਕਿ ਤੁਸੀਂ ਕਿਤੇ ਵੀ ਜੇ ਓਲਡ ਸਿਟੀ ਦੇ ਵਿੱਚ ਜਾਓਗੇ ਤੇ ਕੋਈ ਉੱਥੇ ਪ੍ਰਾਚੀਨ ਬਿਲਡਿੰਗ ਹੈ ਤਾਂ ਤੁਹਾਨੂੰ ਕਿਸੇ ਟੂਰ ਗਾਈਡ ਦੀ ਲੋੜ ਨਹੀਂ ਹੈ ਬਿਕੋਜ਼ ਐਜ਼ ਪਾਰਟ ਆਫ ਆਰ ਵਾਕ ਜਿਹੜੀ ਅਸੀਂ ਹੈਰੀਟੇਜ ਵਾਕ ਕਰਾਈ ਸੀਗੀ ਉਹਦੇ ਵਿੱਚ ਅਸੀਂ ਹੁਣ ਬਾਰਕੋਡ QR ਕੋਡਸ ਲਗਾ ਦਿੱਤੇ ਹੈ ਬੋਰਡਸ ਦੇ ਉੱਤੇ ਤੇ ਤੁਹਾਨੂੰ ਜੇ ਤੁਸੀਂ ਆਪਣੇ ਫੋਨ ਨਾਲ ਉਸ ਨੂੰ ਸਕੈਨ ਕਰੋਗੇ ਤਾਂ ਤੁਹਾਨੂੰ ਉਹਦੀ ਹਿਸਟਰੀ ਜਿਹੜੀ ਹੈ ਬਿਲਡਿੰਗ ਦੀ ਪੂਰੀ ਪਤਾ ਲੱਗ ਜਾਂਦੀ ਹੈ ਪੰਜਾਬੀ ਦੇ ਵਿੱਚ ਵੀ ਤੇ ਇੰਗਲਿਸ਼ ਦੇ ਵਿੱਚ ਵੀ। ਸੋ ਹੁਣ ਤੁਹਾਨੂੰ ਕਿਤੇ ਟੂਰ ਗਾਈਡ ਦੀ ਲੋੜ ਨਹੀਂ ਤੁਸੀਂ ਆਪਣੇ ਆਪ ਹੀ ਉਸ ਥਾਂ 'ਤੇ ਆਰਾਮ ਨਾਲ ਆਪਾਂ ਕਹਿ ਸਕਦੇ ਹਾਂ ਜਾ ਸਕਦੇ ਹੋ ਐਂਡ ਤੁਸੀਂ ਆਪ ਸਮਝਾ ਸਕਦੇ ਹੋ ਜਿਹੜੇ ਤੁਹਾਡੇ ਨਾਲ ਕੋਈ ਵੀ ਦੋਸਤ ਹੋਣਗੇ। ਸੋ ਇਹ ਵੀ ਪਹਿਲੀ ਵਾਰੀ ਆਈ ਥਿੰਕ ਇੰਡੀਆ ਦੇ ਵਿੱਚ ਕहीं ਬਾਹਰ ਅਸੀਂ ਕੀਤਾ ਹੋਏਗਾ ਬਿਕੋਜ਼ ਯੂਜਲੀ ਇਹ ਸਭ ਤੁਹਾਨੂੰ ਮਿਊਜ਼ੀਅਮਸ ਦੇ ਵਿੱਚ ਜ਼ਰੂਰ ਦਿਖਦਾ ਕਿ ਤੁਸੀਂ QR ਕੋਡ ਸਕੈਨ ਕਰ ਲਓ ਬਟ ਕਿਸੇ ਆਊਟਡੋਰ ਇਨਵਾਇਰਮੈਂਟ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਹੋਗਾ। ਇਹ ਵੀ ਅਸੀਂ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਦੌਰਾਨ ਕੀਤਾ ਹੈ ਐਂਡ ਹੁਣ ਜਿੱਦਾਂ ਮੈਂ ਦੱਸਿਆ ਸੀਗਾ ਅਸੀਂ ਆਪਣੇ ਆਖਰੀ ਪੜਾਅ 'ਤੇ ਆ ਗਏ ਹਾਂ ਤੇ ਮੈਂ ਸਾਰਿਆਂ ਨੂੰ
ਖੁੱਲਾ ਸੱਦਾ ਦਿੰਦੀ ਹਾਂ ਕਿ ਤੁਸੀਂ ਜ਼ਰੂਰ ਆ ਕੇ ਇਹ ਜਿਹੜਾ ਲਾਸਟ ਸਾਡਾ ਸਟੇਜ ਹੈ ਇਹਦੇ ਵਿੱਚ ਪਾਰਟਿਸਿਪੇਟ ਕਰੋ। ਮੈਡਮ ਸਰਮਨੀ ਦੇ ਮਹਿਲ ਦੀ ਗੱਲ ਕੀਤੀ ਜਾਵੇ, ਹਾਂਜੀ ਮੈਡਮ ਸ਼ੀਸ਼ ਮਹਿਲ ਦੀ ਗੱਲ ਕੀਤੀ ਜਾਵੇ, ਲੋਕਾਂ ਨੂੰ ਬੜੀ ਉਮੀਦ ਹੈ ਵੀ ਸ਼ੀਸ਼ ਮਹਿਲ ਅਸੀਂ ਆਈਏ ਵੀ ਕੁਝ ਦੇਖੀਏ। ਕੰਮ ਅੰਦਰ ਮੁਕੰਮਲ ਕਰ ਲਿਆ ਹੈ। ਇਹਦੇ ਵਿੱਚ ਮੈਂ ਦੱਸਣਾ ਚਾਹੁੰਦੀ ਹਾਂ ਸਾਰਿਆਂ ਨੂੰ ਕਿ ਇਹਦੇ ਵਿੱਚ ਬਹੁਤ ਹੀ ਕੀਮਤੀ ਵਸਤੂਆਂ ਨੇ ਤੇ ਬਹੁਤ ਹੀ ਮਤਲਬ ਇਹੋ ਜਿਹੇ ਮੈਡਲਸ ਹੈਗੇ ਹੈ ਜਿਹੜੇ ਤੁਸੀਂ ਕਦੇ ਦੇਖੇ ਨਹੀਂ ਹੋਣੇ। ਸੋ ਇਹ ਜਿਹੜੀ ਗੈਲਰੀ ਹੈ ਇਹ ਮਾਰਚ 23 ਤੱਕ ਇਹਦੀ ਡੈਡਲਾਈਨ ਹੈ ਜਿਹੜੀ ਇਹ ਮੁਕੰਮਲ ਹੋ ਜਾਏਗੀ ਤੇ ਇਹ ਵੀ ਪੰਜਾਬ ਦੇ ਲੋਕਾਂ ਨੂੰ ਤੇ ਪਟਿਆਲਾ ਦੇ ਲੋਕਾਂ ਨੂੰ ਡੈਡੀਕੇਟ ਕੀਤੀ ਜਾਵੇਗੀ। ਸੋ ਇਹਦਾ ਕੰਮ ਮੁਕੰਮਲ ਆਲਮੋਸਟ ਹੋਣ ਵਾਲਾ ਹੈ। ਅਸੀਂ ਕੋਸ਼ਿਸ਼ ਵੀ ਕਾफ़ी ਕੀਤੀ ਸੀਗੀ ਕਿ ਇਹ ਹੈਰੀਟੇਜ ਫੈਸਟੀਵਲ ਦੇ ਦੌਰਾਨ ਹੀ ਜਿੱਦਾਂ ਕ੍ਰਾਫਟ ਮੇਲਾ ਚੱਲ ਰਿਹਾ ਉਹਦੇ ਦੌਰਾਨ ਹੀ ਜੇ ਹੋ ਪਾਏ, ਬਟ ਇਹਦੇ ਵਿੱਚ ਸਾਨੂੰ ਇਹ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੀ ਅੰਦਰ ਚੀਜ਼ਾਂ ਪਈਆਂ ਹੈਗੀਆਂ ਉਹਦੀ ਚੰਗੀ ਤਰ੍ਹਾਂ ਪਹਿਲਾਂ ਕੰਜ਼ਰਵੇਸ਼ਨ ਹੋ ਕੇ ਫਿਰ ਇਹ ਮਾਰਚ ਦੇ ਮਹੀਨੇ ਦੇ ਵਿੱਚ ਤੁਹਾਨੂੰ ਡੈਡੀਕੇਟ ਕੀਤੀ ਜਾਵੇਗੀ। ਸੋ ਇਹ ਵੀ ਜਲਦ ਹੀ ਰੰਗਲੇ ਪੰਜਾਬ ਦੇ ਤਹਿਤ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਵੀ ਸੁਪਨਾ ਹੈ ਇਹ ਸਾਰੀਆਂ ਚੀਜ਼ਾਂ ਪਬਲਿਕ ਨੂੰ ਡੈਡੀਕੇਟ ਕੀਤੀਆਂ ਜਾਣਗੀਆਂ। ਮੈਮ ਓਪਨਿੰਗ ਸੈਰੇਮਨੀ ਦੇ ਕੋੜੇ ਕਿਹੜੇ ਆ ਰਹੇ ਜੋ ਮੰਤਰੀ ਆਣਗੇ ਜੀ ਦੌਰਾਨ ਜਿਹੜੇ ਜੀ ਐਬਸੋਲੂਟਲੀ ਅਸੀਂ ਇਨਫੈਕਟ ਕਾफ़ी ਜਿਹੜੇ ਮੰਤਰੀ ਸਾਹਿਬਾਨ ਨੇ ਉਹਨਾਂ ਨੇ ਕਾफ़ी ਇੰਟਰਸਟ ਵੀ ਸ਼ੋਅ ਕੀਤਾ ਹੈ ਤੇ ਇਹ ਅਸੀਂ ਤੁਹਾਨੂੰ ਜਲਦ ਦੱਸ ਦਾਂਗੇ ਕਿ ਓਪਨਿੰਗ ਸੈਰੇਮਨੀ ਤੇ ਕੌਣ ਆ ਰਹੇ ਨੇ ਐਂਡ ਕਲੋਜ਼ਿੰਗ ਸੈਰੇਮਨੀ ਤੇ ਕੌਣ ਆ ਰਹੇ ਨੇ। ਜਿਹੜੇ ਆਪਣੇ ਪ੍ਰੋਗਰਾਮ ਦੇ ਦੌਰਾਨ ਵੀ ਹੈਗੇ ਹੈ ਕਾफ़ी ਲੋਕ ਆ ਰਹੇ ਹੈਗੇ ਹੈ। ਸੋ ਇਨਫੈਕਟ ਸੀਐਮ ਸਾਹਿਬ ਨੇ ਸਾਡੀ ਓਪਨਿੰਗ ਸੈਰੇਮਨੀ ਤੇ ਆਉਣਾ ਸੀਗਾ ਬਟ ਉਹਨਾਂ ਦਾ ਅੱਜ ਹੀ ਸ਼ਡਿਊਲ ਚੇਂਜ ਹੋਇਆ ਹੈ, ਬਟ somebody will definitely be representing him. ਸੋ ਇਹ ਚੀਜ਼ਾਂ ਅਸੀਂ ਕੰਪਲੀਟਲੀ ਅਵੋਇਡ ਕਰਾਂਗੇ। ਇਨਫੈਕਟ ਹੁਣ ਵੀ ਅਸੀਂ ਇਸੇ ਮੁੱਦੇ ਤੇ ਜਿਹੜਾ ਹੈ ਪਾਰਕਿੰਗ ਦੇ ਮੁੱਦੇ ਤੇ ਡਿਸਕਸ ਕਰ ਰਹੇ ਸੀਗੇ। ਅਸੀਂ ਲੋਕਾਂ ਦੀ ਸਹੂਲਤ ਲਈ ਅਸੀਂ ਤਾਂ ਚਾਹੁੰਦੇ ਹਾਂ ਤੁਸੀਂ ਬਹੁਤ ਸ਼ਾਪਿੰਗ ਕਰਕੇ ਜਾਓ ਇੱਥੋਂ ਤੇ ਤੁਹਾਨੂੰ ਬਹੁਤ ਜ਼ਿਆਦਾ ਤੁਰਨਾ ਨਾ ਪਏ। ਸੋ ਅਸੀਂ ਇੱਥੇ ਤੁਹਾਡੀ ਸਹੂਲਤ ਲਈ ਜਿਹੜੇ ਈ ਰਿਕਸ਼ਾ ਨੇ ਉਹ ਵੀ ਲਗਾਵਾਂਗੇ, ਵੀਲ ਚੇਅਰਸ ਇੱਥੇ ਮੌਜੂਦ ਹੋਣਗੀਆਂ, ਪ੍ਰੈਮਸ ਵੀ ਅਸੀਂ ਪਹਿਲੀ ਵਾਰ ਇੱਥੇ ਇੰਟਰੋਡਿਊਸ ਕਰ ਰਹੇ ਹਾਂ ਸੋ ਦੈਟ ਜਿਹੜੇ ਕੋਈ ਛੋਟੇ ਬੱਚਿਆਂ ਨਾਲ ਆਣ ਉਹਨਾਂ ਨੂੰ ਵੀ ਇੱਕ ਸਹੂਲਤ ਹੋ ਸਕੇ। ਨਰਸਿੰਗ ਰੂਮ ਵੀ ਹੋਏਗਾ ਇੱਥੇ, ਫਰਸਟ ਏਡ ਦਾ ਰੂਮ ਹੋਏਗਾ, ਇੱਕ ਪ੍ਰੋਪਰ ਸਿਕਿਉਰਿਟੀ ਲਈ ਇੱਕ ਡਿਪਲੋਇਮੈਂਟ ਪਲਾਨ ਬਣਿਆ ਹੋਇਆ ਹੈ। ਸੋ ਇੱਥੇ ਲੇਡੀਜ਼ ਫੋਰਸ ਐਜ਼ ਵੈਲ ਐਜ਼ ਜਿਹੜੀ ਜੈਂਟਸ ਫੋਰਸ ਹੈ ਉਹ ਇੱਥੇ ਪ੍ਰੋਪਰ ਤਾਦਾਦ ਦੇ ਵਿੱਚ ਅਵੇਲੇਬਲ ਰਹੇਗੀ क्योंकि साडा फेस्टिवल शाम ਨੂੰ 8 ਵਜੇ तक चलेगा, रोज़ 10 बजे से लेके 8 ਵਜੇ तक। सो ਅਸੀਂ प्रॉपर ड्यूटीज़ लगाइया हुई ने। पार्किंग के उत्ते भी कोई दिक्कत नहीं आनी चाहिए, बट इन एनी केस असी हेल्प डेस्क अक्रॉस द शीश महल लगा रही हैं तो किसी को जेकर कोई दिक्कत आती है तो फिर हेल्पलाइन नंबर्स भी अवेलेबल होंगे। कंट्रोल रूम बन रहा बकायदा। सो साडी यही कोशिश रहेगी कि किसी को कोई दिक्कत ना आए। किसी मीडिया के लिए हमेशा ना यूनिवर्सिटी पंजाब यूनिवर्सिटी के डॉक्टर निवेदिता सिंह वोकल्स से उस्ताद जवाद अली खान जो ग्रैंडसन है उस्ताद बाबा अली खान पटियाला घराना दे वो आ पा रहे हैं तो मंजरी चतुर्वेदी जी जो सूफी कथक डांस अलॉन्ग विद लाइव ऑर्केस्ट्रा वो करते हैं वो भी इत्थे पटियाला दे विच स्पैशली आ रहे हैगे हैं साडी कल्चरल ईवनिंग दे विच। ਇੱਥੇ ਜਿਹੜੀ ਸਾਡੀ ਸਟਾਰ ਨਾਈਟਸ ਸ਼ੀਸ਼ ਮਹਿਲ ਦੇ ਵਿੱਚ ਹੋਣਗੀ ਉਹ 26 ਤਰੀਕ ਨੂੰ ਅੰਮ੍ਰਿਤ ਮਾਨ ਜੀ 26 ਤਰੀਕ ਨੂੰ ਇੱਥੇ ਪਰਫਾਰਮ ਕਰ ਰਹੇ ਹੈ ਤੇ ਮਾਸਟਰ ਸਲੀਮ 5 ਤਰੀਕ ਨੂੰ ਜਿਹੜੀ ਸਾਡੀ ਕਲੋਜ਼ਿੰਗ ਹੋਏਗੀ ਕ੍ਰਾਫਟ ਮੇਲਾ ਦੀ ਤੇ ਹੈਰੀਟੇਜ ਫੈਸਟੀਵਲ ਦੀ ਉਹ 5 ਤਰੀਕ ਨੂੰ ਇੱਥੇ ਪਰਫਾਰਮ ਕਰਨਗੇ। ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਨਾ ਚਾਹੁੰਦੀ ਹਾਂ ਕਿ ਹੁਣ ਤੱਕ ਅਸੀਂ ਪੂਰਾ ਜਿਹੜਾ ਇਹ ਮੇਲਾ ਕਰਾਇਆ ਹੈ ਉਹਦੇ ਵਿੱਚ ਲੋਕ ਸਾਡੇ ਨਾਲ ਜੁੜੇ ਰਹੇ। ਮੈਂ ਇਹਦੇ ਬਾਰੇ ਵੀ ਥੋੜਾ ਜਿਹਾ ਦੱਸਣਾ ਚਾਹੁੰਦੀ ਹਾਂ। ਅਸੀਂ ਜਿਹੜਾ ਮੇਲਾ ਸ਼ੁਰੂ ਕੀਤਾ ਸੀ ਉਹ ਦਸੰਬਰ ਦੇ ਮਹੀਨੇ ਦੇ ਵਿੱਚ ਸ਼ੁਰੂ ਕੀਤਾ ਸੀਗਾ, ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਹੈ। ਅਸੀਂ ਕੋਸ਼ਿਸ਼ ਕੀਤੀ ਸੀ ਜਿਹੜੀ ਪਟਿਆਲਾ ਦੀ ਹਾਰਟੀਕਲਚਰਲ ਹੈਰੀਟੇਜ ਹੈ ਇੱਥੇ ਗੁਆਵਾ ਫਰੂਟ ਜਿਹੜਾ ਹੈ ਸਾਡਾ ਵਨ ਪ੍ਰੋਡਕਟ ਜਿਹੜਾ ਜ਼ਿਲ੍ਹੇ ਦਾ ਪ੍ਰੋਡਕਟ ਹੈ ਉਹ ਫਰੂਟ ਗੁਆਵਾ ਹੈ। ਅਸੀਂ ਗੁਆਵਾ ਸ਼ੋ ਤੇ ਫਲਾਰ ਫੈਸਟੀਵਲ ਦਸੰਬਰ ਦੇ ਮਹੀਨੇ ਦੇ ਵਿੱਚ ਕਰਾਇਆ ਸੀਗਾ। ਫਿਰ ਜਨਵਰੀ ਦੇ ਮਹੀਨੇ ਦੇ ਵਿੱਚ ਅਸੀਂ ਡੌਗ ਸ਼ੋ ਕਰਾਇਆ ਸੀਗਾ, ਸ਼ੁਰੂਆਤ ਉਹਦੇ ਨਾਲ ਕੀਤੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਲਿਟਰੇਚਰ ਫੈਸਟੀਵਲ ਇੱਥੇ ਕਰਾਇਆ ਸੀਗਾ। ਸਾਰਿਆਂ ਨੂੰ ਯਾਦ ਹੋਏਗਾ ਕਿ ਉਹਦੇ ਵਿੱਚ ਅਸੀਂ ਸਾਡੀ ਸੈਂਟਰਲ ਲਾਇਬ੍ਰੇਰੀ ਜਿਹੜੀ ਹੈ ਉਹਦੇ ਲਈ ਵੀ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਸਾਨੂੰ 8.6 ਕਰੋੜ ਰਿਲੀਜ਼ ਹੋ ਰਹੇ ਹੈ ਕਿ ਆਪਣੀ ਸੈਂਟਰਲ ਲਾਇਬ੍ਰੇਰੀ ਜਿਹੜੀ ਹੈ ਉਹਨੂੰ ਉਹਦਾ ਜਿਹੜਾ ਆਡੀਟੋਰੀਅਮ ਹੈ ਤੇ ਉਹਦੀ ਜਿਹੜੀ ਅਪਗ੍ਰੇਡੇਸ਼ਨ ਹੈ ਉਹਦਾ ਜਿਹੜਾ ਵਿਰਸਾ ਉਹਦੇ ਵਿੱਚ ਪਿਆ ਹੋਇਆ ਡਿਜੀਟਲ ਫਾਰਮ ਦੇ ਵਿੱਚ ਅਸੀਂ ਉਹਨੂੰ ਸਾਂਭ ਸੰਭਾਲ ਕਰ ਲਈਏ। ਸੋ ਇਹ ਵੀ ਸਾਡੇ ਹੈਰੀਟੇਜ ਫੈਸਟੀਵਲ ਦੇ ਦੌਰਾਨ ਹੋਇਆ ਹੈ।
ਉਸ ਤੋਂ ਬਾਅਦ ਜਿਹੜਾ ਹੈ ਅਸੀਂ ਮਿਲਟਰੀ ਲਿਟਰੇਚਰ ਫੈਸਟੀਵਲ ਕਰਾਇਆ ਸੀ। ਮਿਲਟਰੀ ਲਿਟਰੇਚਰ ਫੈਸਟੀਵਲ ਦਾ ਬਹੁਤ ਹੀ ਉਹਦਾ ਰਿਸਪੌਂਸ ਆਇਆ ਸੀ, ਸਪੈਸ਼ਲੀ ਜਿਹੜੇ ਬੱਚੇ ਹੈ ਉਹਨਾਂ ਨੂੰ ਬਹੁਤ ਹੀ ਵਧੀਆ ਇੱਕ ਓਪਰਚੁਨਿਟੀ ਮਿਲੀ ਸੀਗੀ ਕਿ ਉਹ ਜਿਹੜੇ ਸਰਵਿੰਗ ਸੋਲਜਰਸ ਹੈਗੇ ਆ ਉਹਨਾਂ ਨਾਲ ਗੱਲਬਾਤ ਕਰ ਸਕਣ, ਉਹਨਾਂ ਜਿਹੜੇ ਕੋਈ ਸੁਪਨੇ ਹੈਗੇ। ਕਾਫੀ ਬੱਚੇ ਮੈਨੂੰ ਐਕਚੁਅਲੀ ਕਹਿ ਕੇ ਗਏ ਸੀਗੇ ਕਿ ਅਸੀਂ ਵੀ ਆਰਮੀ ਦੇ ਵਿੱਚ ਆਉਣਾ ਚਾਹੁੰਦੇ ਹਾਂ ਅਤੇ ਹੁਣ ਸਾਡਾ ਵੀ ਸੁਪਨਾ ਹੈ ਕਿ ਅਸੀਂ ਆਰਮੀ ਦੇ ਵਿੱਚ ਆਈਏ। ਸੋ ਇਹ ਮਿਲਟਰੀ ਲਿਟਰੇਚਰ ਫੈਸਟੀਵਲ ਸਾਡਾ ਜਨਵਰੀ ਦੇ ਮਹੀਨੇ ਦੇ ਵਿੱਚ ਹੋਇਆ ਸੀ ਅਤੇ ਉਸ ਤੋਂ ਬਾਅਦ ਕਵੀ ਦਰਬਾਰ ਵੀ ਸਾਡਾ ਜਨਵਰੀ ਦੇ ਮਹੀਨੇ ਦੇ ਵਿੱਚ ਹੋਇਆ ਸੀ, ਜਿਹਦੇ ਵਿੱਚ ਡਾਕਟਰ ਸੁਰਜੀਤ ਪਾਤਰ ਉਹ ਆਏ ਸੀਗੇ ਅਤੇ ਜਿਹੜੀ ਸਾਡੀ ਅੱਜ ਵੀ ਜਿੱਦਾਂ ਅਸੀਂ ਪੰਜਾਬੀ ਭਾਸ਼ਾ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਸਾਡਾ ਮੰਤਵ ਸੀ ਸ਼ਾਮ ਨੂੰ 8 ਵਜੇ ਤੱਕ ਚੱਲੇਗਾ, ਰੋਜ਼ 10 ਵਜੇ ਸੇ ਲੈ ਕੇ 8 ਵਜੇ ਤੱਕ। ਸੋ ਅਸੀਂ ਪ੍ਰੋਪਰ ਡਿਊਟੀਜ਼ ਲਗਾਈਆਂ ਹੋਈਆਂ ਨੇ। ਪਾਰਕਿੰਗ ਦੇ ਉੱਤੇ ਵੀ ਕੋਈ ਦਿੱਕਤ ਨਹੀਂ ਆਣੀ ਚਾਹੀਦੀ ਹੈ, ਬਟ ਇਨ ਐਨੀ ਕੇਸ ਅਸੀਂ ਹੈਲਪ ਡੈਸਕ ਅਕਰੋਸ ਦ ਸ਼ੀਸ਼ ਮਹਿਲ ਲਗਾ ਰਹੇ ਹਾਂ ਅਤੇ ਕਿਸੇ ਨੂੰ ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਫਿਰ ਹੈਲਪਲਾਈਨ ਨੰਬਰਸ ਵੀ ਅਵੇਲੇਬਲ ਹੋਣਗੇ। ਕੰਟਰੋਲ ਰੂਮ ਬਣ ਰਿਹਾ ਬਕਾਇਦਾ। ਸੋ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਕਿਸੇ ਤਰ੍ਹਾਂ ਦੀ। ਮੀਡੀਆ ਦੇ ਲਈ ਹਮੇਸ਼ਾ ਨਾ ਬੜੀ ਦਿੱਕਤ ਰਹਿੰਦੀ ਹੈ, ਇਸ ਦੇ ਲਈ ਵੀ ਕੋਈ ਇੰਤਜ਼ਾਮ ਕੀਤਾ ਜੀ ਅਸੀਂ ਇੱਕ ਮੀਡੀਆ ਰੂਮ ਵੀ ਬਣਾ ਰਹੇ ਹਾਂ ਇੱਥੇ। ਤੇ ਅੰਦਰ ਹੀ ਨਹੀਂ ਆਇਆ ਜਾਂਦਾ ਜੀ? ਨਹੀਂ, ਮੀਡੀਆ ਰੂਮ ਇੱਥੇ ਬਣੇਗਾ ਐਂਡ ਆਈ ਵਿਲ ਰਿਕੁਐਸਟ ਮੀਡੀਆ ਆਲਸੋ, ਅਸੀਂ ਈ ਟਿਕਟਿੰਗ ਦੀ ਇੱਕ ਸੁਵਿਧਾ ਰੱਖੀ ਹੋਈ ਹੈ। ਇਨਫੈਕਟ ਜੇ ਤੁਹਾਡੇ ਕੋਲ ਈ ਟਿਕਟ ਹੈ ਸੋ ਤੁਹਾਨੂੰ ਇੱਕ ਸੈਪਰੇਟ ਰਾਸਤਾ ਐਕਸੈਸ ਦਿੱਤਾ ਜਾ ਰਿਹਾ ਹੈ। ਜਿਹੜੇ ਲੋਕ ਇੱਥੇ ਆ ਕੇ ਟਿਕਟ ਖਰੀਦਣਗੇ ਉਹਨਾਂ ਦੀ ਵੱਖ ਲਾਈਨ ਹੋਵੇਗੀ ਅਤੇ ਜੇ ਤੁਹਾਡੇ ਕੋਲ ਈ ਟਿਕਟ, ਇਹਦਾ ਲਿੰਕ ਆਲਰੇਡੀ ਹੈ, ਮੈਂ ਸ਼ੇਅਰ ਵੀ ਕਰ ਦਿੰਦੀ ਹਾਂ ਦੁਬਾਰਾ। ਜੇ ਤੁਸੀਂ ਈ ਟਿਕਟ ਨਾਲ ਆਉਂਦੇ ਹੋ ਤਾਂ ਫਿਰ ਤੁਹਾਨੂੰ ਫਾਸਟਰ ਐਕਸੈਸ ਹੈ, ਬਿਕੋਜ਼ ਤੁਹਾਨੂੰ ਲਾਈਨ ਦੇ ਵਿੱਚ ਲੈਣਾ ਨਹੀਂ ਪਏਗਾ ਟਿਕਟ। ਅਸੀਂ ਬਹੁਤ ਕਵਰ ਕਰਦੇ ਹਾਂ ਬਾਹਰਲੀ ਸਾਈਡ ਤੇ ਨਾ ਬਹੁਤ ਹਨੇਰਾ ਹੋ ਜਾਂਦਾ ਹੈ ਬਾਹਰਲੀ ਸਾਈਡ, ਲਾਈਟਿੰਗ ਦੀ ਪ੍ਰੋਬਲਮ ਲੇਡੀਜ਼ ਬੱਚੇ ਕਾਫੀ We are ensuring lighting also. ਇਹ ਹੰਬਲ ਰਿਕੁਐਸਟ ਅਸੀਂ ਇਹਨੂੰ ਕਵਰ ਕਰਦੇ ਜੀ ਬਿਲਕੁਲ ਇਟ ਇਜ਼ ਅ ਵੈਰੀ ਗੁੱਡ ਸੁਜੈਸ਼ਨ ਐਂਡ ਅਸੀਂ ਆਲਰੇਡੀ ਜਿਹੜੀ ਹੈ ਲਾਈਟਿੰਗ ਦਾ ਪੂਰਾ ਪ੍ਰਬੰਧ ਬਾਹਰਲੇ ਪਾਸੇ ਵੀ ਕਰ ਰਹੇ ਹਾਂ, ਸਪੈਸ਼ਲੀ ਜਿੱਥੇ ਪਾਰਕਿੰਗ ਹੈਗੀ ਹੈ। ਏਟੀਐਮ ਦੇ ਕਿਹੜੇ ਬੈਂਕਾਂ ਦੇ ਪ੍ਰਬੰਧ? ਅੱਛਾ, ਇੱਥੇ ATM ਹੋਵੇਗਾ, there will be a mobile ATM here, ਸੋ ਜੇਕਰ ਕਿਸੇ ਨੇ ਕੈਸ਼ ਵਿਡਰਾਅ ਕਰਨਾ ਵੀ ਹੋਵੇ ਇੱਥੇ ਇੱਕ ਮੋਬਾਈਲ ATM ਮੌਜੂਦ ਹੋਵੇਗਾ। Anything? So only parking ਤੇ every parking ਫ੍ਰੀ ਲੀਫ ਆਯੁਰਵੈਦਿਕ ਆਇਲ 125 ਬਿਮਾਰੀਆਂ ਦਾ ਸੰਪੂਰਨ ਇਲਾਜ, ਜਿਵੇਂ ਗਠੀਆ, ਸਰਵਾਈਕਲ, ਮਾਈਗ੍ਰੇਨ ਅਤੇ ਸਰੀਰ ਵਿੱਚ ਕਿਸੇ ਵੀ ਕਿਸਮ ਦੀ ਦਰਦ ਕਿਉਂ ਨਾ ਹੁੰਦੀ ਹੋਵੇ, ਇੱਥੋਂ ਤੱਕ ਕਿ ਬਲੌਕੇਜ ਦੇ ਨਾਲ ਬਣੀਆਂ ਕਈ ਬਿਮਾਰੀਆਂ ਦਾ ਇੱਕੋ ਇੱਕ ਇਲਾਜ ਹੈ ਫ੍ਰੀ ਰਿਲੀਫ ਆਯੁਰਵੈਦਿਕ ਆਇਲ, ਯਾਨੀ ਕਿ 125 ਬਿਮਾਰੀਆਂ ਦਾ ਸੰਪੂਰਨ ਇਲਾਜ। ਫ੍ਰੀ ਰਿਲੀਫ ਵਿਜ਼ੀਲੈਕਸ weight lose, ਮੋਟਾਪੇ ਤੋਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ, ਵਜ਼ਨ ਘਟਾਓ ਤੇ ਖੁਸ਼ ਹੋ ਜਾਓ। ਫ੍ਰੀ ਰਿਲੀਫ ਪਾਵਰ ਮਰਦਾਨਾ ਕਮਜ਼ੋਰੀ ਨੂੰ ਖਤਮ ਕਰਦਾ ਹੈ ਤੇ ਨਰਕ ਭਰੀ ਜ਼ਿੰਦਗੀ ਵਿੱਚ ਲਿਆਉਂਦਾ ਹੈ ਰੌਣਕ। ਫ੍ਰੀ ਰਿਲੀਫ ਪਾਵਰ ਕਬਜ਼ ਤੋਂ ਪਰੇਸ਼ਾਨ ਹੋਣ ਦੀ ਹੁਣ ਜ਼ਰੂਰਤ ਨਹੀਂ ਹੈ। ਕਬਜ਼ ਤੋਂ ਛੁਟਕਾਰਾ ਪਾਉਣ ਲਈ ਆ ਗਿਆ ਕਬਜ਼ ਹਰ ਚੂਰਨ। ਕਬਜ਼ ਹਰ ਚੂਰਨ ਨੂੰ ਅਪਣਾਓ ਤੇ ਕਬਜ਼ ਤੋਂ ਛੁਟਕਾਰਾ ਪਾਓ। ਹੁਣ ਤੱਕ ਲੱਖਾਂ ਮਰੀਜ਼ ਲੈ ਚੁੱਕੇ ਨੇ ਫਾਇਦਾ। ਵਧੇਰੇ ਜਾਣਕਾਰੀ ਲਈ ਤੁਸੀਂ ਸੰਪਰਕ ਕਰ ਸਕਦੇ ਹੋ 94784 84087। ਨੰਬਰ ਇੱਕ ਵਾਰ ਫਿਰ ਤੁਸੀਂ ਨੋਟ ਕਰ ਸਕਦੇ ਹੋ 9478 484087।